IPS मैथ क्लासेस YouTube ਚੈਨਲ ਵਿੱਚ ਸਾਰੇ ਹੀ ਵਿਦਿਆਰਥੀਆਂ ਦਾ ਸਵਾਗਤ ਹੈ। ਹੁਣ ਘਰ ਬੈਠੇ ਹੀ YouTube ਤੇ ਮੈਥ ਸਿੱਖਣ ਲਈ IPS ਮੈਥ ਕਲਾਸਿਸ YouTube ਚੈਨਲ ਨੂੰ ਆਪ ਵੀ ਸਬਸਕ੍ਰਾਈਬ ਕਰੋ ਅਤੇ ਹੋਰਨਾਂ ਵਿਦਿਆਰਥੀਆਂ ਨੂੰ ਵੀ ਸਬਸਕ੍ਰਾਈਬ ਕਰਵਾਓ। IPS ਮੈਥ ਕਲਾਸਿਸ YouTube ਚੈਨਲ ਵਿੱਚ ਸਾਰੇ ਹੀ ਵਿਦਿਆਰਥੀਆਂ ਦਾ ਸਵਾਗਤ ਹੈ। ਅੱਜ ਆਪਾਂ ਕੁਐਸਚਨ ਨੰਬਰ 4 ਕਰਨ ਜਾ ਰਹੇ ਹਾਂ। ਆਧਾਰ 8 ਸੈਂਟੀਮੀਟਰ ਅਤੇ ਉਚਾਈ 4 ਸੈਂਟੀਮੀਟਰ ਦੇ ਇੱਕ ਸਮਦੋਭੁਜੀ ਤ੍ਰਿਭੁਜ ਦੀ ਰਚਨਾ ਕਰੋ ਅਤੇ ਫਿਰ ਇੱਕ ਹੋਰ ਤ੍ਰਿਭੁਜ ਦੀ ਰਚਨਾ ਕਰੋ ਜਿਸ ਦੀਆਂ ਭੁਜਾਵਾਂ ਇਸ ਸਮਦੋਭੁਜੀ ਤ੍ਰਿਭੁਜ ਦੀਆਂ ਸੰਗਤ ਭੁਜਾਵਾਂ ਦਾ 1/2 ਗੁਣਾ ਹੋਣ, ਮਤਲਬ 3/2 ਗੁਣਾ ਹੋਣ। ਤਾਂ ਇੱਕ ਆਈਸੋਸੈਲਸ ਟ੍ਰਾਇੰਗਲ ਮਤਲਬ ਸਮਦੋਭੁਜੀ ਤ੍ਰਿਭੁਜ ਦੀ ਆਪਾਂ ਰਚਨਾ ਕਰਨੀ ਹੈ। ਵਿਦਿਆਰਥੀਓ ਇਹ ਦੇਖੋ 8 ਸੈਂਟੀਮੀਟਰ ਇਸ ਦਾ ਬੇਸ ਹੋਵੇ ਤੇ ਉਚਾਈ ਜਿਹੜੀ ਹੈ ਉਹ 4 ਸੈਂਟੀਮੀਟਰ ਦੀ ਹੋਵੇ। ਤਾਂ ਦੇਖੋ ਆਈਸੋਸੈਲਸ ਟ੍ਰਾਇੰਗਲ ਇਸ ਦੀਆਂ ਮਤਲਬ ਸਮਦੋਭੁਜੀ ਜਿਹੜੀਆਂ ਹੈ ਉਹ ਬਰਾਬਰ ਹੋਣ, ਦੋ ਭੁਜਾਵਾਂ ਬਰਾਬਰ ਹੋਣ, ਉਚਾਈ ਜਿਹੜੀ ਹੈ ਸਿਖਰ ਲੰਬ ਉਹ 4 ਸੈਂਟੀਮੀਟਰ ਹੋਵੇ। ਤਾਂ ਜਿਹੜਾ ਬੇਸ ਹੈ, ਆਧਾਰ ਜਿਹੜਾ ਹੈ ਉਹ ਆਪਾਂ ਨੂੰ 8 ਸੈਂਟੀਮੀਟਰ ਹੈ। ਤਾਂ 3/2 ਗੁਣਾ ਦੀ ਇੱਕ ਹੋਰ ਤ੍ਰਿਭੁਜ ਦੀ ਆਪਾਂ ਰਚਨਾ ਕਰਨੀ ਹੈ ਜੋ ਕਿ ਉਸਦੇ 3/2 ਗੁਣਾ ਹੋਵੇ, ਮਤਲਬ ਉਸ ਤੋਂ ਵੱਡੀ ਤ੍ਰਿਭੁਜ ਦੀ ਆਪਾਂ ਇੱਕ ਰਚਨਾ ਕਰਨੀ ਹੈ। ਤਾਂ ਦੇਖੋ ਵਿਦਿਆਰਥੀਓ ਇਹ ਵਾਲੀ ਰਚਨਾ BC ਡੈਸ਼ ਅਤੇ A ਡੈਸ਼, BC ਡੈਸ਼ ਬਰਾਬਰ ਜਿਹੜੀ ਹੈ ਉਹ 3/2 ਗੁਣਾ BC ਹੋਣੀ ਚਾਹੀਦੀ ਹੈ, ਮਤਲਬ ਉਸਦਾ 1.5 ਗੁਣਾ ਹੋਣੀ ਚਾਹੀਦੀ ਹੈ, 1/2। ਤਾਂ BC ਡੈਸ਼ ਬਟਾ BC ਬਰਾਬਰ 3/2 ਹੋਣੀ ਚਾਹੀਦੀ ਹੈ। BC ਡੈਸ਼ ਬਟਾ BC ਬਰਾਬਰ 3/2। ਤਾਂ ਸਭ ਤੋਂ ਪਹਿਲਾਂ ਵਿਦਿਆਰਥੀਓ ਆਪਾਂ ਜਿਹੜਾ ਹੈ BC ਜਿਹੜਾ ਹੈ ਉਹ ਆਪਣੇ ਕੋਲ A ਡੈਸ਼ B ਬਟਾ AB ਜਿਹੜਾ ਹੈ ਉਹ ਆਪਣੇ ਕੋਲ A ਡੈਸ਼ C ਡੈਸ਼ ਬਟਾ AC ਬਰਾਬਰ BC ਡੈਸ਼ ਬਟਾ BC ਬਰਾਬਰ 3/2 ਹੋਣਾ ਚਾਹੀਦਾ ਹੈ, ਮਤਲਬ ਸਾਰੀਆਂ ਭੁਜਾਵਾਂ ਦਾ ਅਨੁਪਾਤ ਜਿਹੜਾ ਹੈ ਉਹ 3/2 ਹੋਣਾ ਚਾਹੀਦਾ ਹੈ। ਯਾਨੀ ਕਿ ਜਿਹੜੀ ਤ੍ਰਿਭੁਜ ABC ਹੈ ਉਹ A ਡੈਸ਼ B ਡੈਸ਼ A ਡੈਸ਼ B ਤੇ C ਡੈਸ਼ ਜਿਹੜੀ ਹੈ ਉਹ 3/2 ਗੁਣਾ ਹੋਣੀ ਚਾਹੀਦੀ ਹੈ। ਸਭ ਤੋਂ ਪਹਿਲਾਂ 8 ਸੈਂਟੀਮੀਟਰ ਦਾ ਇੱਕ ਰੇਖਾ ਖੰਡ ਖਿੱਚੋਗੇ ਤੁਸੀਂ, 8 ਸੈਂਟੀਮੀਟਰ, ਉਸ ਦਾ ਨਾਮ BC ਦੇ ਦੋਗੇ। ਤਾਂ BC ਦਾ ਇੱਕ ਲੰਬ ਸਮਦੋਭਾਜਕ ਜਿਹੜਾ ਹੈ ਉਹ ਬਣਾਵਾਂਗੇ ਆਪਾਂ। BC ਭੁਜਾ ਦਾ ਲੰਬ ਸਮਦੋਭਾਜਕ ਆ ਦੇਖੋ ਜਿਹੜਾ ਵਿਚਕਾਰ ਹੈ ਉਹ 4 ਸੈਂਟੀਮੀਟਰ ਦਾ ਹੋਣਾ ਚਾਹੀਦਾ ਹੈ। ਤਾਂ ਦੇਖੋ ਰਫ ਚਿੱਤਰ ਦੇ ਵਿੱਚ 4 ਸੈਂਟੀਮੀਟਰ ਤੇ ਬਾਕੀ ਦੋ ਭੁਜਾਵਾਂ ਬਰਾਬਰ ਹੋਣੀਆਂ ਚਾਹੀਦੀਆਂ ਨੇ। ਲੰਬ ਸਮਦੋਭਾਜਕ ਕੀ ਹੁੰਦਾ ਹੈ, ਜਿਹੜਾ ਦੋ ਬਰਾਬਰ ਭਾਗਾਂ 'ਚ ਵੰਡੇ ਤਾਂ ਆਪਾਂ ਕੀ ਕਰਾਂਗੇ, ਅੱਧੀ ਤੋਂ ਜ਼ਿਆਦਾ ਪ੍ਰਕਾਰ ਖੋਲਾਂਗੇ। ਵਿਦਿਆਰਥੀਓ ਦੇਖੋ ਅੱਧੀ ਤੋਂ ਜ਼ਿਆਦਾ ਪ੍ਰਕਾਰ ਖੋਲ ਕੇ ਇੱਕ ਚਾਪ ਤੁਸੀਂ ਉੱਪਰ ਲਗਾ ਦੋਗੇ, ਇੱਕ ਚਾਪ ਨੀਚੇ ਲਗਾ ਦੋਗੇ, ਫਿਰ ਦੂਸਰੇ ਸਾਈਡ ਤੇ ਰੱਖੋਗੇ B ਤੇ ਪ੍ਰਕਾਰ, ਫਿਰ ਇੱਕ ਚਾਪ ਨੀਚੇ ਲਗਾ ਦੋਗੇ, ਇੱਕ ਚਾਪ ਉੱਪਰ ਲਗਾ ਦੋਗੇ। ਇਹਨਾਂ ਨੂੰ ਮਿਲਾ ਦਿਓ ਪੁੱਟੇ ਨਾਲ, ਲੰਬ ਸਮਦੋਭਾਜਕ ਖਿੱਚਿਆ ਗਿਆ। ਲੰਬ ਸਮਦੋਭਾਜਕ ਕੀ ਹੁੰਦਾ ਹੈ, ਜਿਹੜੀ ਆ BC ਰੇਖਾ ਸੀ ਇਹ ਦੋ ਬਰਾਬਰ ਭਾਗਾਂ 'ਚ ਵੰਡੇਗੀ, 4 ਸੈਂਟੀਮੀਟਰ ਇੱਧਰ ਰਹਿ ਗਿਆ, 4 ਸੈਂਟੀਮੀਟਰ ਖੱਬੇ, ਇਸ ਨੂੰ ਨਾਮ N ਦੇ ਦਿਓ ਚਾਹੇ M ਦੇ ਦਿਓ, ਤੁਹਾਡੀ ਇੱਛਾ ਹੈ। ਤਾਂ ਵਿਦਿਆਰਥੀਓ ਹੁਣ 4 ਸੈਂਟੀਮੀਟਰ ਦੀ ਪ੍ਰਕਾਰ ਖੋਲੋ, 4 ਸੈਂਟੀਮੀਟਰ ਦੀ ਪ੍ਰਕਾਰ ਖੋਲ ਕੇ M ਜੋ ਨਾਮ ਦਿੱਤਾ ਹੈ ਉਸ ਤੇ ਰੱਖ ਕੇ ਇੱਕ ਚਾਪ ਲਗਾਓਗੇ। ਉਸ ਦਾ ਨਾਮ ਵਿਦਿਆਰਥੀਓ ਤੁਸੀਂ A ਦੇ ਦੇਣਾ ਹੈ, ਜਿੱਥੇ ਕੱਟ ਕੀਤੀ ਹੈ ਇਸ ਦਾ ਨਾਮ A। ਹੁਣ ਅਗਲਾ ਜਿਹੜਾ ਸਟੈਪ ਹੈ, ਜਿਵੇਂ ਜਿਵੇਂ ਰਚਨਾ ਕਰ ਰਹੇ ਹਾਂ, AB ਡੈਸ਼ AB ਨੂੰ ਮਿਲਾਓ, AC ਨੂੰ ਮਿਲਾਓ, ਇਹ ਸਾਡੀ ਜਿਹੜੀ ਹੈ ਲੋੜੀਂਦੀ ਜਿਹੜੀ ਹੈ ਤ੍ਰਿਭੁਜ ਜਿਹੜੀ ਹੈ ਸਮਦੋਭੁਜੀ ਉਹ ਬਣ ਕੇ ਤਿਆਰ ਹੈ। BC ਭੁਜਾ ਜਿਹੜੀ ਹੈ ਉਹ ਆਪਣੇ ਕੋਲ 8 ਸੈਂਟੀਮੀਟਰ ਸੀ, ਇਹ ਜਿਹੜਾ ਸਿਖਰ ਲੰਬ ਹੈ 4 ਸੈਂਟੀਮੀਟਰ। ਉਸ ਤੋਂ ਬਾਅਦ ਵਿਦਿਆਰਥੀਓ ਹੁਣ ਆਪਾਂ ਜਿਹੜਾ ਹੈ ਉਹ ਆਪਾਂ ਇੱਕ ਹੋਰ ਤ੍ਰਿਭੁਜ ਦੀ ਰਚਨਾ ਕਰਨੀ ਹੈ ਜੋ ਕਿ ਇਸ ਦੇ 3/2 ਗੁਣਾ ਹੋਵੇ, 1/2। ਤਾਂ ਇਹ ਇਸ ਤੋਂ ਵੱਡੀ ਹੋਏਗੀ ਤ੍ਰਿਭੁਜ, ਉਸ ਦੀ ਰਚਨਾ ਕਰਨੀ ਹੈ ਆਪਾਂ ABC ਤੋਂ 1.5 ਗੁਣਾ, ਯਾਨੀ ਕਿ 3/2 ਗੁਣਾ।
ਤਾਂ ਸਭ ਤੋਂ ਪਹਿਲਾਂ ਵਿਦਿਆਰਥੀਓ ਆਪਾਂ ਕੀ ਕਰਨਾ ਹੈ ਸਟੈਪ B ਤੇ ਕੋਈ ਵੀ ਨਿਊਨ ਕੋਣ ਬਣਾਵਾਂਗੇ। B ਤੇ ਕੋਈ ਵੀ ਨਿਊਨ ਕੋਣ ਬਣਾਓ ਆਪਣੀ ਮਰਜ਼ੀ ਦਾ, ਚਾਹੇ ਪੁੱਟੇ ਨਾਲ ਬਣਾ ਲਓ ਸਿੱਧਾ ਜਾਂ D ਨਾਲ ਮਾਪ ਕੇ ਇਸ ਦਾ ਨਾਮ X ਦੇ ਦਿਓ। ਤਾਂ ਫਿਰ ਵਿਦਿਆਰਥੀਓ 3/2 ਮਤਲਬ 3 ਭੁਜਾਵਾਂ ਸੀ, ਪ੍ਰਕਾਰ ਬਰਾਬਰ ਬਰਾਬਰ ਖੋਲ ਕੇ 3 ਚਾਪ ਲਗਾਵਾਂਗੇ ਆਪਾਂ B ਤੇ ਪ੍ਰਕਾਰ ਰੱਖ ਕੇ, ਜਿਹੜੀਆਂ ਹੈ 3 ਚਾਪ ਲਗਾਵਾਂਗੇ ਆਪਾਂ BC ਡੈਸ਼ ਤੇ ਬਟਾ BC ਬਰਾਬਰ 3/2 ਗੁਣਾ ਹੋਣੀ ਚਾਹੀਦੀ ਹੈ। BC ਦੀ 3/2 ਗੁਣਾ ਭੁਜਾ ਜਿਹੜੀ ਹੈ ਉਹ ਬਣਾਵਾਂਗੇ ਆਪਾਂ। ਤਾਂ ਸਭ ਤੋਂ ਪਹਿਲਾਂ 3 ਭੁਜਾਵਾਂ ਦੇ ਮਾਰਕ ਲਓਗੇ B1 B2 ਤੇ ਇਸ ਦਾ ਨਾਮ B3 ਰੱਖ ਦੋਗੇ, ਨਾਮ ਵੀ ਰੱਖ ਦਿਓ B1 B2 B3 ਬਰਾਬਰ ਚਾਪ ਜਿੰਨੀ ਮਰਜ਼ੀ ਖੋਲ ਕੇ ਤੁਸੀਂ 3 ਜਿਹੜੇ ਹੈ ਉਹ ਚਾਪ ਲਗਾਓਗੇ। ਹੁਣ ਤੁਸੀਂ B ਤੇ C ਜਿਹੜੀ 3/2 ਗੁਣਾ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਕਿੰਨਾ ਹੈ 2, ਤਾਂ B2 ਨੂੰ C ਨਾਲ ਮਿਲਾ ਦਿਓ। B2 ਨੂੰ ਆਪਾਂ C ਨਾਲ ਮਿਲਾਤਾ। ਤਾਂ ਹੁਣ B3 ਜਿਹੜੀ ਹੈ 3/2 ਗੁਣਾ ਉਹ ਅੱਗੇ ਜਾਏਗੀ ਇਸ ਤੋਂ, ਇਸ ਦੇ ਸਮਾਂਤਰ ਰੇਖਾ ਖਿੱਚਣੀ ਹੈ B2C ਦੇ ਸਮਾਂਤਰ ਜਿਹੜੀ ਹੈ ਇੱਕ ਰੇਖਾ B3 ਖਿੱਚਣੀ ਹੈ। ਇੱਥੇ ਆਪਾਂ ਕੋਣ ਮਾਪਾਂਗੇ, ਇਸ ਦਾ ਜਿਹੜਾ ਕੋਣ ਹੈ ਕਿਉਂਕਿ ਸੰਗਤ ਕੋਣ ਹਮੇਸ਼ਾ ਕੀ ਹੁੰਦੇ ਆ ਬਰਾਬਰ ਹੁੰਦੇ ਨੇ, ਤਾਂ ਇਹ ਇੱਕ ਆਰਕ ਲਗਾ ਦੋਗੇ। ਫਿਰ B ਤੇ ਵੀ ਓਨੀ ਹੀ ਪ੍ਰਕਾਰ ਖੋਲ ਕੇ B3 ਤੇ ਇੱਕ ਚਾਪ ਲਗਾਓਗੇ, ਇਸ ਕੋਣ ਨੂੰ ਮਾਪ ਲਓਗੇ ਕਿਉਂਕਿ ਸੰਗਤ ਕੋਣ ਹਮੇਸ਼ਾ ਬਰਾਬਰ ਹੁੰਦੇ ਨੇ, ਇਸ ਕੋਣ ਨੂੰ ਮਾਪ ਲਓ। ਤਾਂ ਇਹ ਦੇਖੋ ਵਿਦਿਆਰਥੀਓ ਇੱਥੇ ਇੱਕ ਚਾਪ ਲਗਾ ਦਿਓ, ਜਿੱਥੇ ਚਾਪ ਕੱਟ ਕੀਤੀ ਹੈ ਉੱਥੋਂ ਇੱਕ ਤੁਸੀਂ ਜਿਹੜੀ ਹੈ ਲਾਈਨ ਡਰਾਅ ਕਰੋਗੇ, ਇਸ ਲਾਈਨ ਨੂੰ ਡਰਾਅ ਕਰ ਦਿਓ B3C ਡੈਸ਼, ਇਹ ਅੱਗੇ C ਨੂੰ ਵਧਾ ਦਿਓ ਇਸ ਰੇਖਾ ਨੂੰ, ਇਹ ਵਿਦਿਆਰਥੀਓ ਬਿਲਕੁਲ 4 ਸੈਂਟੀਮੀਟਰ ਦੀ ਵਧੇਗੀ। ਇਸ ਦਾ ਨਾਮ ਜਿਹੜਾ ਹੈ C ਦੇ ਦਿਓ C ਡੈਸ਼, C ਤਾਂ ਪਹਿਲਾਂ ਹੀ ਸੀਗਾ, ਇਸ ਦਾ ਨਾਮ ਕੀ ਦੇ ਦਿਓ C ਡੈਸ਼। ਹੁਣ ਆਪਾਂ C ਤੇ ਕੋਣ ਜਿਹੜਾ ਮਾਪ ਬਣਾਵਾਂਗੇ ਉਹ ਜਿਹੜਾ ਹੈ ਉਹ ਜਿਹੜਾ AC ਦੇ ਕੋਣ ਬਣਿਆ ਹੋਇਆ ਉਹੀ ਕੋਣ ਇੱਥੇ ਬਣੇਗਾ, ਤਾਂ ਉਹ ਉੱਪਰ ਜਾ ਕੇ ਮਿਲੇਗਾ ਆਪਣੇ ਕੋਲ। AB ਰੇਖਾ ਨੂੰ ਵਧਾ ਲਾਂਗੇ ਆਪਾਂ, ਪਹਿਲਾਂ ਕੋਣ ਬਣਾ ਲਈਏ ਸੰਗਤ ਕੋਣ ਜਿਵੇਂ ਆਪਾਂ ਥੱਲੇ ਬਣਾਏ ਸੀਗੇ, ਇੱਥੇ ਪ੍ਰਕਾਰ ਰੱਖ ਕੇ ਫਿਰ ਇੱਥੇ ਵੀ ਬਰਾਬਰ ਚਾਪ ਲਗਾ ਲਓ C ਡੈਸ਼ ਤੇ, ਪਹਿਲਾਂ C ਤੇ ਰੱਖਣੀ ਪ੍ਰਕਾਰ, ਫਿਰ ਇਸ ਦਾ ਕੋਣ ਮਾਪੋਗੇ ਕਿਉਂਕਿ ਸੰਗਤ ਕੋਣ ਹਮੇਸ਼ਾ ਕੀ ਹੁੰਦੇ ਆ ਬਰਾਬਰ, ਇੱਥੇ ਰੱਖ ਕੇ ਪ੍ਰਕਾਰ ਤੇ ਆ ਕੋਣ ਬਰਾਬਰ ਹੋ ਗਿਆ। ਹੁਣ C ਡੈਸ਼ ਤੋਂ ਇੱਕ ਰੇਖਾ ਖਿੱਚਾਂਗੇ ਜੋ ਕਿ AB ਨੂੰ ਜਾ ਕੇ ਮਿਲੇਗੀ, AB ਨੂੰ ਆਪਾਂ ਵਧਾ ਦਾਂਗੇ ਬਾਅਦ ਵਿੱਚ। ਦੇਖੋ ਵਿਦਿਆਰਥੀਓ ਇਸ ਨੂੰ ਵਧਾਤਾ ਅੱਗੇ, ਹੁਣ ਆਪਾਂ AB ਨੂੰ ਵੀ ਵਧਾ ਦਾਂਗੇ, ਜਿੱਥੇ ਜਾ ਕੇ ਮਿਲੇਗੀ ਉਸ ਦਾ ਨਾਮ ਆਪਾਂ A ਡੈਸ਼ ਰੱਖਾਂਗੇ, ਇਹ ਰੇਖਾ ਖੰਡ ਇਸ ਦਾ ਨਾਮ A ਡੈਸ਼ ਰੱਖ ਦਿਓ। ਤਾਂ ਜਿਹੜੀ ਹੁਣ A ਡੈਸ਼ B ਤੇ C ਡੈਸ਼ ਤ੍ਰਿਭੁਜ ਆਈ ਹੈ, ਇਹੀ ਜਿਹੜੀ ਹੈ ਸਾਡੀ ਜਿਹੜੀ ਲੋੜੀਂਦੀ ਤ੍ਰਿਭੁਜ ਹੈ A ਡੈਸ਼ B C ਡੈਸ਼, ਇਹ ABC ਦੀ 3/2 ਗੁਣਾ ਹੈ। ABC ਦੀ ਕਿੰਨੀ ਹੈ 3/2 ਗੁਣਾ। ਤਾਂ ਇਹਨਾਂ ਦਾ ਜਿਹੜਾ ਮਾਪ ਹੈ BC ਡੈਸ਼, ਕਿਉਂਕਿ BC ਜਿਹੜੀ ਹੈ ਉਹ 8 ਸੈਂਟੀਮੀਟਰ ਸੀ, BC ਡੈਸ਼ ਜਿਹੜੀ ਹੈ ਉਹ 12 ਸੈਂਟੀਮੀਟਰ ਹੋਏਗੀ ਆਟੋਮੈਟਿਕ, 8/12 ਕਰਾਂਗੇ ਜਾਂ 12/8 ਕਰਾਂਗੇ ਉਹ ਆਪਣੇ ਆਪ 3/2 ਆ ਜਾਏਗਾ। ਤਾਂ ਇਹ ਕੋਣ ਤੇ ਇਹ ਵਾਲੇ ਜਿਹੜੇ ਕੋਣ ਹੈ ਸਾਰੇ ਕਿਉਂਕਿ ਸੰਗਤ ਕੋਣ ਬਰਾਬਰ ਹੁੰਦੇ ਹਨ, ਇਹ ਕੋਣ ਸਾਰੇ ਬਰਾਬਰ ਹੋਣਗੇ ਤ੍ਰਿਭੁਜਾਂ ਦੇ, ਸਿਰਫ ਇਹਨਾਂ ਦੀ ਸਮਰੂਪ ਤ੍ਰਿਭੁਜਾਂ ਹੈ, ਕੋਣ ਜਿਹੜੇ ਹਮੇਸ਼ਾ ਬਰਾਬਰ ਹੁੰਦੇ ਆ ਸਮਰੂਪ ਤ੍ਰਿਭੁਜਾਂ ਦੇ, ਪਰ ਜਿਹੜੀਆਂ ਭੁਜਾਵਾਂ ਦਾ ਅਨੁਪਾਤ ਹੈ ਉਹ ਕਿੰਨਾ ਹੈ 3/2, 1 ਸਹੀ 1/2। ਤਾਂ ਉਮੀਦ ਕਰਦਾ ਹਾਂ ਤੁਹਾਨੂੰ ਕੁਐਸਚਨ ਸਮਝ ਆਇਆ ਹੋਵੇਗਾ। AC ਡੈਸ਼ ਬਟਾ AC ਬਰਾਬਰ BC ਬਟਾ BC, ਇਹ ਸਾਰੀਆਂ ਦੀਆਂ ਸਾਰੀਆਂ ਭੁਜਾਵਾਂ ਦਾ ਅਨੁਪਾਤ ਕਿੰਨਾ ਹੋਏਗਾ 3/2। ਤਾਂ ABC ਜਿਹੜੀ ਤ੍ਰਿਭੁਜ ਹੈ ਉਹ A ਡੈਸ਼ B C ਡੈਸ਼ ਦੀ 3/2 ਗੁਣਾ ਹੋਵੇਗੀ। ਉਮੀਦ ਕਰਦਾ ਹਾਂ ਵਿਦਿਆਰਥੀਓ ਤੁਹਾਨੂੰ ਇਹ ਕੁਐਸਚਨ ਸਮਝ ਆਇਆ ਹੋਵੇਗਾ, ਇਸ ਨੂੰ ਆਪਣੀ ਨੋਟਬੁੱਕ ਤੇ ਕਰ ਲਓ। ਥੈਂਕ ਯੂ ਵੈਰੀ ਮਚ। IPS ਮੈਥ ਕਲਾਸਿਸ ਜੁਆਇਨ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਨੈਕਸਟ ਵੀਡੀਓ ਦੇ ਵਿੱਚ ਮਿਲਦੇ ਹਾਂ ਕੁਐਸਚਨ 4th 5th ਲੈ ਕੇ। ਥੈਂਕ ਯੂ।